देश विदेश में वसते पंजाबियों जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने एडवोकेट लखबीर सिंह सैमी। गुरु नगरी दे विच समर्थ वकील वजों जाने जाते एडवोकेट लखबीर सिंह सैमी पंथक सफां दे विच भी विचरते रहे आ। लखबीर सिंह सैमी का जिक्र आउंदियां उस पत्र का जिक्र भी आउंदा जिहड़ा किरपाल सिंह बडूंगर नूं नोट्स के रूप च इन्हां भेजिया सी जदों सिख गुरुद्वारा जुडिशल कमिशन लई इन्हां ने भेजे गए पैनल ते इतराज कीता सी कि इन्हां चों बहुत गिणती लोग पतित है, मर्यादा दे विच नहीं गए, रहत अनुसार नहीं गए। सो ये अपनी पार्टी दे विच रहिंदियां अकाली दल नाल एसोसीएशन दे विच रहिंदियां आवाज उठाउण वाले लोकां चाहुंदे आ। बेअदबी मामलिਆਂ ਦਾ ਜ਼ਿਕਰ ਆਉਂਦਿਆਂ ਸਿੱਖਾਂ ਦੇ ਮਨ ਦੀਆਂ ਭਾਵਨਾਵਾਂ ਬਲੁੰਦਰੀਆਂ ਜਾਂਦੀਆਂ, ਮੁੜ ਕੇ ਪਿਛਾਂ ਚਲੇ ਜਾਂਦੇ ਆ। ਅਸੀਂ 2007 ਵਿੱਚ ਚਲੇ ਜਾਂਦੇ ਆ, 6 ਚ ਚਲੇ ਜਾਂਦੇ ਆ, 15 ਚ ਆ ਜਾਂਦੇ ਆ, ਇਨਸਾਫ ਅਜੇ ਨਹੀਂ ਮਿਲਿਆ। ਇਹਨਾਂ ਨੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਕੇਸ ਸਟੱਡੀ ਕੀਤਾ। ਇਹਨਾਂ ਨੇ ਜਾਣਨ ਦਾ ਯਤਨ ਕੀਤਾ ਹੈ ਕਿ ਕਿੱਥੇ ਕਿੱਥੇ ਗੁਨਾਹ ਹੋਏ, ਕਿੱਥੇ ਕਿੱਥੇ ਪਰਦਾਪੋਸ਼ੀ ਹੋਈ। ਅੱਜ ਇੱਕ ਅਹਿਮ ਸੁਣਵਾਈ ਮੁਹਾਲੀ ਦੀ ਕੋਰਟ ਦੇ ਵਿੱਚ ਹੈ, ਜਿਹੜੀ ਕੋਰਟ ਨੇ ਡਿਸਾਈਡ ਕਰਨਾ ਹੈ ਕਿ ਸੀਬੀਆਈ ਵਰਸਸ ਪੰਜਾਬ ਸਰਕਾਰ ਹਾਲਾਤ ਕੀ ਨੇ, ਇਹਦੀ ਸਾਰਥਿਕਤਾ, ਇਹਦੀ ਅਹਿਮੀਅਤ, ਇਹਦੀ ਸੁਣਵਾਈ ਦੀ ਅੱਜ ਦੀ ਜਿਹੜੇ ਨਤੀਜੇ ਆ ਉਹਨਾਂ ਨੂੰ ਧਿਆਨ ਚ ਰੱਖ ਕੇ ਅਸੀਂ ਐਡਵੋਕੇਟ ਲਖਬੀਰ ਸਿੰਘ ਸੈਮੀ ਜੀ ਨਾਲ ਗੱਲਬਾਤ ਕਰਾਂਗੇ। ਸੋ ਅਸੀਂ ਜਾਣਨ ਦਾ ਯਤਨ ਕਰਦੇ ਹਾਂ ਕਿ ਇਹ ਕਿੰਨੀ ਅਹਿਮ ਆ ਸੁਣਵਾਈ, ਇਹਦੇ ਚੋਂ ਨਿਕਲ ਕੇ ਕੀ ਆ ਸਕਦਾ ਔਰ ਅਗਲੇ ਦਿਨਾਂ ਦੇ ਵਿੱਚ ਇਹ ਇਨਸਾਫ ਮਿਲਦਾ ਵੀ ਹੈ ਕਿ ਨਹੀਂ। ਸੋ ਐਡਵੋਕੇਟ ਸਾਹਿਬ ਤੁਹਾਨੂੰ ਜੀ ਆਇਆਂ ਤੇ ਮੈਂ ਚਾਹੂੰਗਾ ਕਿ ਤੁਸੀਂ ਸਾਨੂੰ ਇਸ ਕੇਸ ਦੀਆਂ ਪਰਤਾਂ ਤੋਂ ਜਾਣੂ ਕਰਾਓ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਮੁੱਚੇ ਵਿਸ਼ਵ ਵਿੱਚ ਜਿਹੜੇ ਨਾਨਕ ਨਾਮ ਲੇਵਾ ਸੰਗਤਾਂ ਸਭ ਨੂੰ ਮੇਰੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਆਪਣੇ ਵੱਡੇ ਭਾਗ ਸਮਝਾਂਗਾ ਕਿ ਅਗਰ ਮੈਂ ਇਸ ਮਸਲੇ ਉੱਤੇ ਸਿੱਖ ਸੰਗਤ ਨੂੰ ਕੁਝ ਜਾਣੂ ਕਰਵਾ ਸਕਾਂ। ਜੀ, ਇਹ ਜਿਹੜੀ ਘਟਨਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਣ ਨਾਲ ਸੰਬੰਧਿਤ ਹੈ ਜੀ। ਜਿਹੜਾ ਅੱਜ ਕੇਸ ਦੀ ਸੁਣਵਾਈ ਹੈ ਉਹ 63 ਨੰਬਰ FIR ਦਰਜ ਹੁੰਦੀ ਹੈ ਪੁਲਿਸ ਸਟੇਸ਼ਨ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿੱਚ ਜੀ। ਮਿਤੀ 1/6/2015 ਨੂੰ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ ਤੇ ਗ੍ਰੰਥੀ ਸਿੰਘ ਪਿੰਡ ਦੀ ਪੰਚਾਇਤ ਦੇ ਮੋਹਤਬਰਾਂ ਨੂੰ ਨਾਲ ਲੈ ਕੇ FIR ਦਰਜ ਕਰਾ ਦਿੰਦਾ ਜੀ। ਤੇ ਉਸ ਤੋਂ ਬਾਅਦ ਇਸ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ। ਮੌਕੇ ਦੀ ਜਿਹੜੀ ਸਰਕਾਰ ਸੀ ਉਸ ਵੇਲੇ ਮਿਤੀ 2/11/15 ਨੂੰ ਇਹ ਜਿਹੜਾ ਕੇਸ ਹੈ CBI ਨੂੰ ਹੈਂਡਓਵਰ ਕਰ ਦਿੰਦੀ ਹੈ ਕਿ ਇਸ ਦੀ ਜਿਹੜੀ ਜਾਂਚ ਹੈ ਉਹ CBI ਕਰੇਗੀ। ਬਾਦਲ ਸਰਕਾਰ ਸੀ ਉਦੋਂ। ਹਾਂਜੀ ਉਸ ਵੇਲੇ ਦੀ 2015 ਵਿੱਚ ਜਿਹੜੀ ਅਕਾਲੀ ਭਾਜਪਾ ਦੀ ਸਰਕਾਰ ਸੀ ਜੀ। ਤੇ ਇਸ ਸੈਂਸਿਟਿਵ ਕੇਸ ਦੀ ਜਿਹੜੀ ਜਾਂਚ ਹੈ ਉਹ ਪੰਜਾਬ ਸਰਕਾਰ ਦੇਸ਼ ਦੀ ਪ੍ਰੀਮੀਅਰ ਇਨਵੈਸਟੀਗੇਟਿਵ ਏਜੰਸੀ ਜਿਹੜੀ ਹੈ CBI ਨੂੰ ਹੈਂਡਓਵਰ ਕਰ ਦਿੰਦੀ ਹੈ ਜੀ। CBI ਨੂੰ ਜਦੋਂ ਵੀ ਕੋਈ ਕੇਸ ਦੇਣ ਲਈ ਕੋਈ ਸੈਂਟਰ ਸਰਕਾਰ ਜਾਂ ਸਟੇਟ ਸਰਕਾਰ ਜੀ ਕੋਈ ਰਿਕੁਐਸਟ ਭੇਜਦੀ ਹੈ ਤਾਂ CBI ਹਮੇਸ਼ਾ ਹੀ ਇਹ ਲਾਰਾ ਲਾਉਂਦੀ ਰਹੀ ਹੈ, ਹਮੇਸ਼ਾ ਹੀ ਇਹ ਐਕਸਕਿਊਜ਼ ਲਾਉਂਦੀ ਰਹੀ ਹੈ ਕਿ ਸਾਡੇ ਕੋਲ ਵਰਕਲੋਡ ਬਹੁਤ ਹੈ, ਅਸੀਂ ਸਮੇਂ ਸਿਰ ਇਸ ਦੀ ਜਾਂਚ ਨਹੀਂ ਪੂਰੀ ਕਰ ਸਕਾਂਗੇ ਜੀ। ਪਰ ਇਸ ਕੇਸ ਦੇ ਵਿੱਚ CBI ਦੇ ਵੈਸਟਡ ਇੰਟਰਸਟ ਹੋਣਗੇ ਤਾਂ ਹੀ ਉਹਨਾਂ ਨੇ ਇਮੀਡੀਏਟਲੀ ਇਹ ਜਿਹੜਾ ਸੀ ਨਾ ਜੀ ਕੇਸ ਐਕਸੈਪਟ ਕਰ ਲਿਆ ਜੀ। ਤੇ 3 ਸਾਲ ਲਗਾਤਾਰ ਫਾਈਲਾਂ ਦੱਬ ਕੇ CBI ਦੇ ਅਧਿਕਾਰੀ ਬੈਠੇ ਰਹੇ। ਅਲਟੀਮੇਟਲੀ ਪੰਜਾਬ ਦੇ ਵਿੱਚ ਸਰਕਾਰ ਬਦਲੀ, ਉਹਦਾ ਕਾਰਨ ਵੀ ਬੇਅਦਬੀ ਮਾਮਲਾ ਹੀ ਸੀ ਕਿ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਕਿ ਬੇਅਦਬੀ ਮਾਮਲਿਆਂ ਵਿੱਚ ਸਿੱਖ ਕੌਮ ਨੂੰ ਇਨਸਾਫ ਨਾ ਦੇ ਸਕੀ ਸਰਕਾਰ ਤੇ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਲੋਕਾਂ ਵੋਟਾਂ ਪਾਈਆਂ ਤੇ ਕਾਂਗਰਸ ਨੂੰ ਬਹੁਤ ਵੱਡਾ ਬਹੁਮਤ ਮਿਲਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਗਏ। ਮਿਤੀ 28/8/2018 ਨੂੰ ਪੰਜਾਬ ਅਸੈਂਬਲੀ ਵਿੱਚ ਇੱਕ ਮਤਾ ਪਾਸ ਹੁੰਦਾ। ਉਹ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਜਿਹੜਾ ਕੇਸ ਹੈ ਇਹਦੀ ਜਾਂਚ CBI ਕੋਲੋਂ ਵਾਪਸ ਲੈ ਲੈਂਦੀ ਹੈ। ਇਹ ਵਿਸ਼ੇਸ਼ ਸਦਨ ਹੋਇਆ ਸੀ, ਵਿਸ਼ੇਸ਼ ਇਜਲਾਸ ਹੋਇਆ ਸੀ ਔਰ ਇਸੇ ਮਾਮਲੇ ਨੂੰ ਲੈ ਕੇ ਹੋਇਆ ਸੀ ਜਿਹਦੇ ਵਿੱਚ ਅਕਾਲੀ ਵਾਕਆਊਟ ਕਰ ਜਾਂਦੇ ਆ, ਲੇਕਿਨ ਅਕਾਲੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਮੰਤਰੀ ਵੀ ਸ਼ਾਮਲ ਸੀ, MLA ਸੀਗੇ, ਜਿਹੜੇ ਨਵਜੋਤ ਸਿੰਘ ਸਿੱਧੂ ਸਮੇਤ ਵੱਡੇ ਦੋਸ਼ ਬਾਦਲ ਪਰਿਵਾਰ ਤੇ ਲਾਉਂਦੇ ਆ, ਅਕਾਲੀਆਂ ਤੇ ਲਾਉਂਦੇ ਆ, ਬੇਅਦਬੀ ਮਾਮਲਿਆਂ ਦੀ ਉਹਨੂੰ ਦੋਸ਼ੀ ਠਹਿਰਾਉਂਦੇ ਆ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਔਰ ਦੇਰ ਸ਼ਾਮ ਨੂੰ ਇਹ ਫੈਸਲਾ ਹੁੰਦਾ ਹੈ
ਬਹੁਤ ਸੰਮਤੀ ਨਾਲ ਕਿ ਇਹ ਕੇਸ ਜਿਹੜਾ ਸੀਬੀਆਈ ਤੋਂ ਵਾਪਸ ਲੈਣ ਦਾ ਮਤਾ ਕਰਤਾ ਜਾਂਦਾ। ਬਿਲਕੁਲ ਠੀਕ ਹੈ ਜੀ, ਤੁਸੀਂ ਬਿਲਕੁਲ ਠੀਕ ਹੈ। ਉਸ ਦਿਨ ਇਜਲਾਸ ਮੈਂ ਸਾਰਾ ਆਪਣੀ ਅੱਖੀਂ ਲਾਈਵ ਸੀਗਾ, ਵੇਖਿਆ। ਹਰਮਿੰਦਰ ਸਿੰਘ ਗਿੱਲ ਜਿਹੜੇ ਕਿ ਸਾਬਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਨੇ, ਉਹ ਵੀ ਬੋਲੇ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ, ਉਹ ਵੀ ਬੋਲੇ। ਤੇ ਨਵਜੋਤ ਸਿੰਘ ਸਿੱਧੂ ਨੇ ਵੀ ਝੋਲੀ ਫੈਲਾ ਕੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਸ ਕੇਸ ਦੇ ਵਿੱਚ ਨਿਆਂ ਦੀ ਮੰਗ ਕੀਤੀ। ਤਾਂ ਸ਼ਾਮ ਨੂੰ ਜਦੋਂ ਰੈਜ਼ੋਲੂਸ਼ਨ ਪਾਸ ਹੋਇਆ ਤੇ ਇਸ ਕੇਸ ਦੀ ਜਾਂਚ ਸੀਬੀਆਈ ਕੋਲੋਂ ਵਾਪਸ ਲੈ ਲਈ। ਉਸ ਵੇਲੇ ਸੀਬੀਆਈ ਜਿਹੜੀ ਪ੍ਰੀਮੀਅਰ ਏਜੰਸੀ ਹੈ, ਉਹ ਇਹ ਜਾਂਚ ਛੱਡਣ ਨੂੰ ਤਿਆਰ ਨਹੀਂ ਹੋਈ, ਜਦ ਕਿ ਉਹਦਾ ਇਹ ਬਣਦਾ ਸੀਗਾ ਕਿ ਉਹ ਆਪਣੀ ਜਿਹੜੀਆਂ ਫਾਈਲਾਂ ਸੀਗੀਆਂ, ਪੰਜਾਬ ਸਰਕਾਰ ਦਾ ਜਿਹੜਾ ਡਾਇਰੈਕਟਰ ਆਫ ਬਿਊਰੋ ਇਨਵੈਸਟੀਗੇਸ਼ਨ ਹੈ, ਉਹਨੂੰ ਸੌਂਪ ਦੇਵੇ। ਪਰ ਉਹਨਾਂ ਨੇ ਨਹੀਂ ਕੀਤਾ। ਇਹਦੇ ਉਲਟ ਇਸ ਮਤੇ ਨੂੰ ਇਹਨਾਂ ਨੇ ਚੈਲੰਜ ਕੀਤਾ, ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਹੈ 6/9/2018 ਨੂੰ ਕਿ ਪੰਜਾਬ ਸਰਕਾਰ ਸੀਬੀਆਈ ਕੋਲੋਂ ਇਹ ਕੇਸ ਵਾਪਸ ਲੈਂਦੀ ਆ। ਉਹ ਨੋਟੀਫਿਕੇਸ਼ਨ ਨੂੰ ਇਹਨਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚੈਲੰਜ ਕੀਤਾ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਬਾਕੀ ਧਿਰਾਂ ਵੀ ਜਿਹੜੀਆਂ ਇੰਟਰਸਟਡ ਧਿਰਾਂ ਸੀਗੀਆਂ, ਉਹਨਾਂ ਨੇ ਵੀ ਆਪੋ ਆਪਣੀਆਂ ਪਟੀਸ਼ਨਾਂ ਪਾਈਆਂ ਤੇ ਇੱਕ ਸਿਵਲ ਰਿਟ ਪਟੀਸ਼ਨ ਨੰਬਰ 28001 ਮਿਤੀ ਸਨ 2018 ਦੀ, ਉਹਦੇ ਤੇ ਫੈਸਲਾ ਆ ਗਿਆ 25 ਜਨਵਰੀ 2019 ਨੂੰ ਕਿ ਜਿਹੜੀ ਪੰਜਾਬ ਸਰਕਾਰ ਨੇ ਸੀਬੀਆਈ ਕੋਲੋਂ ਇਹ ਜਿਹੜਾ ਕੇਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦਾ ਵਾਪਸ ਲੈਣ ਦਾ ਜਿਹੜਾ ਫੈਸਲਾ ਕੀਤਾ ਅਸੈਂਬਲੀ ਦੇ ਵਿੱਚ, ਉਹ ਬਿਲਕੁਲ ਠੀਕ ਹੈ। ਉਸ ਫੈਸਲੇ ਨੂੰ ਅਪਹੈਲਡ ਕੀਤਾ ਔਰ ਉਸ ਫੈਸਲੇ ਨਾਲ ਸੰਬੰਧਿਤ ਜਿਹੜੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਕੇਸ ਵਾਪਸ ਲੈਣ ਦੀ ਕੀਤੀ ਆ, ਉਹਨੂੰ ਵੀ ਅਪਹੈਲਡ ਕੀਤਾ। ਇੱਥੇ ਵੀ ਸੀਬੀਆਈ ਜਿਹੜੀ ਸੀ, ਹਾਰ ਖਾਣ ਤੋਂ ਬਾਅਦ ਉਹਨੇ ਆਪਣੀ ਜਿੱਦ ਨਹੀਂ ਛੱਡੀ। ਸੀਬੀਆਈ ਇਸ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਸੁਪਰੀਮ ਕੋਰਟ 'ਚ ਜਾਂਦੀ ਹੈ। ਸੁਪਰੀਮ ਕੋਰਟ ਦੇ ਵਿੱਚ ਇੱਕ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰਦੀ ਹੈ। ਉਹਦਾ ਡੈਰੀ ਨੰਬਰ ਹੈ 807 ਸਨ 2020। ਉਹ ਜਿਹੜੀ ਸਪੈਸ਼ਲ ਲੀਵ ਪਟੀਸ਼ਨ ਹੈ, ਉਹਦੇ ਵਿੱਚ ਵੀ ਸੀਬੀਆਈ ਨੂੰ ਕੋਈ ਰਿਲੀਫ ਨਹੀਂ ਮਿਲਦੀ ਤੇ ਉਹ ਵੀ ਜਿਹੜੀ ਸਪੈਸ਼ਲ ਲੀਵ ਪਟੀਸ਼ਨ ਹੈ ਸੀਬੀਆਈ ਦੀ, ਉਹ ਵੀ 20/2/2020 ਨੂੰ ਡਿਸਮਿਸ ਕਰ ਦਿੱਤੀ ਜਾਂਦੀ ਆ ਮਾਨਯੋਗ ਸੁਪਰੀਮ ਕੋਰਟ ਵੱਲੋਂ। ਅੱਛਾ, ਹੁਣ ਸੀਬੀਆਈ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਰਹਿ ਗਿਆ ਕਿ ਉਹ ਇਹ ਫਾਈਲਾਂ ਜਿਹੜੀਆਂ ਸੀ ਕੇਸ ਨਾਲ ਸੰਬੰਧਿਤ, ਜਿਨ੍ਹਾਂ ਉੱਪਰ ਉਹ ਜੜ ਮਾਰ ਕੇ ਥੱਲਾ ਮਾਰ ਕੇ ਬੈਠੀ ਹੋਈ ਸੀ, ਉਹ ਵਾਪਸ ਕਰ ਦਿੰਦੀ। ਕੋਈ ਰਸਤਾ ਨਹੀਂ ਸੀ। ਫਿਰ ਵੀ ਇਹਨਾਂ ਨੇ ਆਪਣੀ ਸੀਬੀਆਈ ਨੇ ਆਪਣੀ ਜਿੱਦ ਨਹੀਂ ਛੱਡੀ ਤੇ ਇੱਕ ਇਸ ਆਰਡਰ ਦੇ ਖਿਲਾਫ ਵੀ ਜਿਹੜਾ ਸੁਪਰੀਮ ਕੋਰਟ ਦਾ ਸੀ, ਇੱਕ ਰਿਵਿਊ ਪਟੀਸ਼ਨ ਦਾਇਰ ਕੀਤੀ ਜਿਹੜੀ ਸਟਿਲ ਪੈਂਡਿੰਗ ਹੈ। ਪਰ ਉਸ ਰਿਵਿਊ ਪਟੀਸ਼ਨ ਦੇ ਉੱਪਰ ਸੀਬੀਆਈ ਨੂੰ ਮਾਨਯੋਗ ਹਾਈ ਕੋਰਟ ਦੇ ਸਟੇ ਜਿਹੜਾ ਆਰਡਰ ਸੀਗਾ, ਉਹਦੇ ਤੇ ਕੋਈ ਸਟੇ ਨਹੀਂ ਮਿਲਿਆ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ 'ਚ ਜਿਹੜੀ ਇਹਨਾਂ ਦੀ ਪਹਿਲੀ ਸਪੈਸ਼ਲ ਲੀਵ ਪਟੀਸ਼ਨ ਰੱਦ ਹੋਈ ਆ, ਉਹਦੇ ਉੱਪਰ ਕੋਈ ਇਹਦੀ ਆਪਰੇਸ਼ਨ ਆਫ ਆਰਡਰ ਤੇ ਕੋਈ ਸਟੇ ਨਹੀਂ ਮਿਲਿਆ। ਤੇ ਇੱਕ ਸਿੰਪਲ ਰਿਵਿਊ ਪਟੀਸ਼ਨ ਫਾਈਲ ਕਰ ਦੇਣ ਨਾਲ ਰਾਈਟ ਕ੍ਰੀਏਟ ਨਹੀਂ ਹੋ ਜਾਂਦਾ ਕਿਸੇ ਵੀ ਚੀਜ਼ ਨੂੰ ਆਪਣੇ ਕੋਲ, ਕਿਸੇ ਵੀ ਜਾਂਚ ਨੂੰ ਆਪਣੇ ਕੋਲ ਰੱਖਣ ਦਾ। ਜਿੰਨੀਆਂ ਵੀ ਧਿਰਾਂ ਨੇ, ਇਟ ਇਜ਼ ਅ ਵੈਲ ਸੈਟਲਡ ਲਾਅ ਕਿ ਜਿੰਨੀਆਂ ਵੀ ਧਿਰਾਂ ਨੇ ਕਿਸੇ ਕੇਸ ਨਾਲ, ਉਹ ਕੋਰਟ ਦੇ ਹਰ ਆਰਡਰ ਨੂੰ ਮੰਨਣ ਨੂੰ ਪਾਬੰਦ ਨੇ ਜਦ ਤੱਕ ਕਿ ਉਹ ਜਿਹੜਾ ਆਰਡਰ ਹੈ ਜਾਂ ਜਜਮੈਂਟ ਹੈ ਕਿਸੇ ਉੱਪਰਲੀ ਅਦਾਲਤ ਵੱਲੋਂ ਅਪੀਲ ਵਿੱਚ ਜਾਂ ਕਿਸੇ ਰਿਵਿਊ ਪਟੀਸ਼ਨ ਵਿੱਚ, ਉਹਨੂੰ ਚੇਂਜ ਨਹੀਂ ਕੀਤਾ ਜਾਂਦਾ, ਉਹਨੂੰ ਰੱਦ ਨਹੀਂ ਕੀਤਾ ਜਾਂਦਾ ਜਾਂ ਉਹਦਾ ਆਪਰੇਸ਼ਨ ਆਫ ਆਰਡਰ ਸਟੇ ਨਹੀਂ ਕੀਤਾ ਜਾਂਦਾ। ਸੀਬੀਆਈ ਨੂੰ ਸੁਪਰੀਮ ਕੋਰਟ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਰਿਲੀਫ ਨਹੀਂ ਮਿਲੀ। ਜਿਹੜੀ ਸਪੈਸ਼ਲ ਲੀਵ ਪਟੀਸ਼ਨ, ਜਿਹੜੀ ਰਿਵਿਊ ਪਟੀਸ਼ਨ ਹੁੰਦੀ ਹੈ, ਕਿਸੇ ਵੀ ਕੋਰਟ ਦਾ, ਚਾਹੇ ਉਹ ਹਾਈ ਕੋਰਟ ਹੈ ਚਾਹੇ ਸੁਪਰੀਮ ਕੋਰਟ ਹੈ, ਉਹਦੀ ਇੱਕ ਡਿਸਕ੍ਰਿਸ਼ਨਰੀ ਪਾਵਰ ਹੈ। ਸਿੰਪਲ ਰਿਵਿਊ ਪਟੀਸ਼ਨ ਫਾਈਲ ਕਰ ਦੇਣ ਨਾਲ ਕਿਸੇ ਦਾ ਕੋਈ ਰਾਈਟ ਕ੍ਰੀਏਟ ਨਹੀਂ ਹੋ ਜਾਂਦਾ। ਇਨ ਬਿਟਵੀਨ ਕੀ ਹੋਇਆ ਜੀ ਕਿ ਪੰਜਾਬ ਸਰਕਾਰ ਨੇ ਇੱਕ ਸਿੱਟ ਸਰਦਾਰ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਬਣਾ ਦਿੱਤੀ। ਉਹ ਜਿਹੜੀ ਸੀਗੀ ਸਿੱਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨਹੀਂ, ਇਹ ਉਹੀ ਸਿੱਟ ਨਹੀਂ ਜਿਹੜੀ ਬਾਦਲ ਕਿਆਂ ਦੇ ਵੇਲੇ ਬਣੀ ਹੋਈ ਸੀ, ਉਦੋਂ ਵੀ ਰਣਬੀਰ ਸਿੰਘ ਖੱਟੜਾ ਦੀ ਜਾਂਚ ਕਰ ਰਹੇ ਸੀ। ਇਹਨੂੰ ਦੁਬਾਰਾ ਇਹ ਨਵੀਂ ਸਿੱਟ ਬਣੀ ਹੈ ਜੀ। ਇਹ ਦੁਬਾਰਾ ਬਣੀ ਹੈ? ਹਾਂਜੀ। ਇਹ ਜਿਹੜੀ ਸਿੱਟ ਬਣੀ ਹੈ ਨਾ ਜੀ, ਇਹ ਸਿੱਟ ਬਣੀ ਹੈ
ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਬਣਾਈ ਹੈ 18/4/2020 ਨੂੰ। ਅੱਛਾ 18/4/2020 ਨੂੰ ਇਸ ਸਪੈਸ਼ਲ ਇਸ ਕੇਸ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਨਾਲ ਸੰਬੰਧਿਤ ਹੈ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਨਾਲ ਸੰਬੰਧਿਤ ਹੈ, ਉਹਦੇ ਸੰਬੰਧ ਵਿੱਚ ਇਹ ਬਣਾਈ ਇਹਨਾਂ ਨੇ ਤੇ ਉਹਦਾ ਮੀਮੋ ਵੀ ਇਹਨਾਂ ਨੇ ਪਬਲਿਸ਼ ਕਰਤਾ। ਅੱਛਾ ਮੀਮੋ ਪਬਲਿਸ਼ ਕਰਤਾ ਤੇ ਜਾਂਚ ਜਿਹੜੀ ਉਹਨਾਂ ਨੇ ਆਪਣਾ ਚਾਰਜ ਲੈ ਲਿਆ ਜੀ, ਸਰ ਰਣਬੀਰ ਸਿੰਘ ਖੱਟੜਾ ਨੇ ਉਹਦੀ ਇਨਵੈਸਟੀਗੇਸ਼ਨ ਦਾ ਚਾਰਜ ਲੈ ਲਿਆ। ਜੀ ਚਾਰਜ ਲੈ ਕੇ ਤੇ ਸੀਬੀਆਈ ਨੂੰ ਰਿਕੁਐਸਟ ਵੀ ਨਾਰਮਲ ਭੇਜੀ ਹੋਏਗੀ ਕਿ ਵੀ ਫਾਈਲਸ ਜਿਹੜੀਆਂ ਸੰਬੰਧਿਤ ਨੇ ਸਾਰੀਆਂ ਇਸ ਕੇਸ ਨਾਲ ਹੈਂਡਓਵਰ ਕੀਤੀਆਂ ਜਾਣ, ਪਰ ਸੀਬੀਆਈ ਨੇ ਫਾਈਲਸ ਇਹਨਾਂ ਨੂੰ ਹੈਂਡਓਵਰ ਨਹੀਂ ਕੀਤੀਆਂ ਜੀ। ਇਹ ਜਿਹੜਾ ਐਕਟ ਹੈ ਨਾ ਸੀਬੀਆਈ ਦਾ, ਦੇਸ਼ ਦੀ ਪ੍ਰੀਮੀਅਰ ਏਜੰਸੀ ਦਾ, ਕਾਨੂੰਨੀ ਹਲਕਿਆਂ ਦੇ ਵਿੱਚ ਇੱਕ ਕੰਟੈਂਪਟ ਆਫ ਹੱਦ ਤੱਕ ਅਦਾਲਤ ਦੇ ਤੌਰ ਤੇ, ਕੰਟੈਂਪਟ ਆਫ ਕੋਰਟ ਦੇ ਤੌਰ ਤੇ ਜਾਣਿਆ ਜਾਏ। ਆ ਕੁਦਰਤੀ ਜਦੋਂ ਹਾਈ ਕੋਰਟ ਚੋਂ ਸਟੇ ਨਹੀਂ ਮਿਲਿਆ, ਸੁਪਰੀਮ ਕੋਰਟ ਨੇ ਉਹਨੂੰ ਸੁਣਿਆ ਨਹੀਂ, ਖਾਰਜ ਕਰਤਾ, ਦੋਨੋਂ ਜਗ੍ਹਾ ਤੇ ਡਿਸਮਿਸ ਹੋ ਗਈਆਂ, ਇਹਨਾਂ ਦੀਆਂ ਦੋਨੋਂ ਜਗ੍ਹਾ ਤੇ ਪਟੀਸ਼ਨਸ ਡਿਸਮਿਸ ਹੋ ਗਈਆਂ। ਤੇ ਫਿਰ ਇਹਨਾਂ ਨੂੰ ਰਿਕਾਰਡ ਦੇ ਦੇਣਾ ਚਾਹੀਦਾ ਸੀ, ਇਹ ਦੇਣਾ ਚਾਹੀਦਾ ਸੀਗਾ। ਹੁਣ ਅਗਰ ਉਹ ਰਿਕਾਰਡ ਨਹੀਂ ਦੇ ਰਹੇ ਤਾਂ ਦੇ ਆਰ ਕਲਿੰਗਿੰਗ ਵਿਦ ਦ ਫਾਈਲਸ। ਕਿਉਂ? ਰੀਜ਼ਨ ਕੀ ਆ? ਇਹਨਾਂ ਦੇ ਕੀ ਵੈਸਟਡ ਇੰਟਰਸਟ ਨੇ, ਇਹ ਇਹਨਾਂ ਨੂੰ ਪਤਾ ਹੋਏਗਾ ਬੈਟਰ। ਜਦ ਕਿ ਸੀਬੀਆਈ ਨਾਰਮਲੀ ਕਿਸੇ ਕੇਸ 'ਚ ਵੀ ਜਾਂਚ ਲੈਣ ਲੱਗਿਆ ਨਖਰੇ ਕਰਦੀ ਹੈ, ਪਰ ਇਸ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਸੀਬੀਆਈ ਦੀ ਜਿਹੜੀ ਮੈਲਾਫਾਈਡ ਇੰਟੈਂਸ਼ਨ ਹੈ ਉਹ ਦੋਸ਼ੀਆਂ ਨੂੰ ਕਾਨੂੰਨ ਦੇ ਸਕੰਜੇ ਚੋਂ, ਕਾਨੂੰਨ ਦੇ ਪੰਜਿਆਂ ਚੋਂ ਬਚਾਉਣ ਦੀ ਹੋਵੇ। ਨਹੀਂ, ਇਹ ਵੈਸੇ ਇਹ ਬਿਲਕੁਲ ਹੀ ਅਲੱਗ ਤਰ੍ਹਾਂ ਦਾ ਮੈਟਰ ਸਾਹਮਣੇ ਆ ਰਿਹਾ। ਅਮੂਮਨ ਹੁੰਦਾ ਕੀ ਹੈ ਕਿ ਸੀਬੀਆਈ ਨੂੰ ਕੇਸ ਜਿਹੜੇ ਦਿੱਤੇ ਜਾਂਦੇ ਆ ਉਹਨਾਂ ਦੇ ਬਾਰੇ ਚ ਸਟੇਟ ਜਿਹੜੀਆਂ ਏਜੰਸੀਆਂ ਉਹਦੇ ਨਾਲੋਂ ਜ਼ਿਆਦਾ ਕ੍ਰੈਡੀਬਿਲਿਟੀ ਕਰਕੇ ਦਿੱਤੇ ਜਾਂਦੇ ਆ, ਜ਼ਿਆਦਾ ਭਰੋਸੇਯੋਗਤਾ ਕਰਕੇ ਦਿੱਤੇ ਜਾਂਦੇ ਆ। ਲੇਕਿਨ ਇਸ ਮਾਮਲੇ 'ਚ ਕਿਉਂਕਿ ਜਿਹੜੀ ਸੀਬੀਆਈ ਆ ਉਹ ਇੱਕ ਸੰਗਠਿਤ ਅਦਾਰਾ ਹੈ, ਉਹਦਾ ਕਿਸੇ ਵੀ ਵਿਸ਼ੇਸ਼ ਖਿੱਤੇ ਨਾਲ, ਕਿਸੇ ਕੌਮ, ਕਿਸੇ ਵਰਗ ਵਿਸ਼ੇਸ਼ ਨਾਲ ਕੋਈ ਨਾ ਲਗਾਇਆ ਨਾ ਦੁਸ਼ਮਣੀ ਹੈ। ਆਖਰ ਇਹਨਾਂ ਮਾਮਲਿਆਂ ਦੇ ਵਿੱਚ ਸੀਬੀਆਈ ਦਾ ਆਪਣਾ ਤੇ ਕੋਈ ਚਿਹਰਾ ਹੁੰਦਾ ਨਹੀਂ ਜੀ। ਸੀਬੀਆਈ ਤੇ ਇੱਕ ਏਜੰਸੀ ਆ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸ਼ਾਮਲ ਹੁੰਦੇ ਆ, ਜਿਨ੍ਹਾਂ ਦੀ ਔਰ ਉਹ ਸਭ ਡਿਊਟੀ ਕਰ ਰਹੇ ਆ। ਇਹਦੇ ਪਿੱਛੇ ਤਾਂ ਕੋਈ ਸਿਆਸੀ ਧਿਰ ਹੀ ਹੋ ਸਕਦੀ ਹੈ ਜਿਹੜੀ ਸੀਬੀਆਈ ਨੂੰ ਆਪਣੇ ਤਰੀਕੇ ਨਾਲ ਤੋਰਨਾ ਚਾਹੁੰਦੀ ਹੈ। ਇਹ ਗੱਲ ਅਜੇ ਤੱਕ ਨਿੱਤਰ ਕੇ ਸਾਹਮਣੇ ਸੀਬੀਆਈ ਦੇ ਨਜ਼ਰੀਏ ਤੋਂ ਨਹੀਂ ਆਈ ਕਿ ਆਖਰ ਸੀਬੀਆਈ ਸਟੇਟ ਨਾਲ ਲੜ ਕਿਉਂ ਰਹੀ ਹੈ। ਤੁਸੀਂ ਹੁਣ ਮੈਂ ਕੇਸ ਨਾਲ ਸੰਬੰਧਿਤ ਆਪਾਂ ਅੱਗੇ ਚੱਲਦੇ ਹਾਂ। ਮੈਂ ਅਜੇ ਥੋੜੀ ਜਿਹੀ ਹੋਰ ਇਹਦੇ ਤੇ ਚਾਨਣਾ ਪਾਵਾਂਗਾ। ਮੈਂ ਇਹਦੇ ਵਿੱਚ ਇੱਕ ਹੋਰ ਹੈ, ਜਦੋਂ ਇਹਨਾਂ ਦਾ 25 ਜਨਵਰੀ 2019 ਨੂੰ ਸੀਬੀਆਈ ਕੋਲੋਂ ਕੇਸ ਵਾਪਸ ਲੈਣ ਸੰਬੰਧੀ ਜਿਹੜੀ ਸਾਡੀ ਇਹਨਾਂ ਦੀ ਹੈਗੀ ਸੀਗੀ ਪਟੀਸ਼ਨ ਖਾਰਜ ਹੋ ਜਾਂਦੀ ਹੈ, ਹਾਈ ਕੋਰਟ ਪੰਜਾਬ ਗਵਰਨਮੈਂਟ ਦੇ ਫੈਸਲੇ ਨੂੰ ਅਪਹੈਲਡ ਕਰਦੀ ਹੈ। ਤਾਂ ਸੀਬੀਆਈ ਦੀ ਵੇਖੋ ਤੁਸੀਂ, ਹਾਲਾਂਕਿ ਸੀਬੀਆਈ ਦੇ ਆਫੀਸਰਸ ਨੂੰ ਬੜਾ ਸਿਆਣੇ, ਸੁਲਝੇ ਹੋਏ ਸਮਝਿਆ ਜਾਂਦਾ, ਨਿਰਪੱਖ ਸਮਝਿਆ ਜਾਂਦਾ। ਇਹ ਕੀ ਕਰਦੇ ਨੇ, ਜਦੋਂ ਇਹਨਾਂ ਕੋਲੋਂ ਜਾਂਚ ਖਤਮ ਹੋ ਜਾਂਦੀ ਹੈ, ਇਹਨਾਂ ਕੋਲੋਂ ਜਾਂਚ ਵਾਪਸ ਲੈ ਲਈ ਜਾਂਦੀ ਆ ਤੇ ਮਿਤੀ 4/7/2019 ਨੂੰ 25 ਜਨਵਰੀ 2019 ਨੂੰ ਫੈਸਲਾ ਆਉਂਦਾ ਜੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ। ਤੇ ਇਹ 4/7/2019 ਨੂੰ ਸਪੈਸ਼ਲ ਕੋਰਟ ਵਿੱਚ ਇੱਕ ਕਲੋਜ਼ਰ ਰਿਪੋਰਟ ਫਾਈਲ ਕਰ ਦਿੰਦੇ ਕਿ ਇਸ ਮਸਲੇ ਨੂੰ ਬੰਦ ਕਰ ਦਿੱਤਾ ਜਾਵੇ, ਕਿਉਂਕਿ ਇਹਦੇ 'ਚ ਕੁਝ ਲੱਭਿਆ ਨਹੀਂ। ਇਹ ਅਜੀਬ ਜੀ ਗੱਲ ਹੈ, ਇਹਨਾਂ ਨੂੰ ਕੁਝ ਨਹੀਂ ਲੱਭਿਆ ਤੇ ਇਹ ਕਹਿ ਦਿੰਦੇ ਵੀ ਸਾਨੂੰ ਕੁਝ ਨਹੀਂ ਲੱਭਿਆ। ਇਹਨਾਂ ਨੇ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ। ਹੁਣ ਇੱਕ ਚੀਜ਼ ਹੋਰ ਇੱਥੇ ਕਾਨੂੰਨੀ ਨੁਕਤਾ ਇਹ ਹੈ ਕਿ ਜਦੋਂ ਵੀ ਸੀਬੀਆਈ ਨੂੰ ਕੋਈ ਜਾਂਚ ਸੌਂਪੀ ਜਾਂਦੀ ਆ, ਉਸ ਕੇਸ ਨਾਲ ਸੰਬੰਧਿਤ ਮਾਨਯੋਗ ਉਸ ਰਾਜ ਦੀ ਸਰਕਾਰ ਜਾਂ ਕੇਂਦਰ ਸਰਕਾਰ ਇੱਕ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਅਪਾਇੰਟ ਕਰਦੀ ਹੈ। ਇਸ ਕੇਸ ਵਿੱਚ ਵੀ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਫਰੀਦਕੋਟ, ਜਿਹਦੇ ਕੋਲ ਕਿ ਇਸ ਕੇਸ ਦੀ ਜੁਰਿਸਡਿਕਸ਼ਨ ਸੀ, ਉਹਦੇ ਕੋਲੋਂ ਜਦੋਂ ਸੀਬੀਆਈ ਨੂੰ ਕੇਸ ਵਾਪਸ ਹੈਂਡਓਵਰ ਕਰ ਦਿੱਤਾ ਗਿਆ ਤਾਂ ਉਹ ਜਿਹੜੀ ਜੁਰਿਸਡਿਕਸ਼ਨ, ਜਿਹੜੀ ਸਪੈਸ਼ਲ ਕੋਰਟ ਬਣਾਈ ਗਈ, ਜਿਹੜੀ ਇਸ ਵੇਲੇ ਜਿਹਦੇ ਜੱਜ ਜੀਐਸ ਸੇਖੋਂ ਨੇ ਮੋਹਾਲੀ 'ਚ, ਜਿਹੜੇ ਅੱਜ ਉਸ ਕੇਸ ਦੀ, ਇਸ ਐਪਲੀਕੇਸ਼ਨ ਦੀ ਸੁਣਵਾਈ ਕਰ ਰਹੇ ਨੇ ਕਲੋਜ਼ਰ ਰਿਪੋਰਟ ਦੀ, ਜਦੋਂ ਕਿ ਹਾਈ ਕੋਰਟ 'ਚ ਇਹਨਾਂ ਦੀ ਪਟੀਸ਼ਨ ਖਾਰਜ ਹੋ ਗਈ, ਕੇਸ ਵਾਪਸ ਲੈਣਾ, ਅਸੈਂਬਲੀ ਦਾ ਜਿਹੜਾ ਮਤਾ ਆ ਉਹ ਅਪਹੈਲਡ ਹੋ ਗਿਆ, ਅਸੈਂਬਲੀ ਵੱਲੋਂ ਪੰਜਾਬ ਸਰਕਾਰ ਵੱਲੋਂ ਪਾਸ ਕੀਤੀ ਗਈ ਨੋਟੀਫਿਕੇਸ਼ਨ ਅਪਹੈਲਡ ਹੋ ਗਈ, ਤਾਂ ਇਹਨਾਂ ਕੋਲ ਕੋਈ ਰਾਈਟ ਹੀ ਨਹੀਂ ਰਹਿ ਜਾਂਦਾ। ਜਦੋਂ ਸੀਬੀਆਈ ਕੋਲ ਕੇਸ ਨਹੀਂ ਰਿਹਾ ਤੇ ਉਸ ਕੇਸ ਨਾਲ ਸੰਬੰਧਿਤ ਜਿਹੜੀ ਕੋਰਟ 'ਚ ਅੱਜ ਸੁਣਵਾਈ ਹੋ ਰਹੀ ਆ, ਉਹਦੇ ਕੋਲ ਕੋਈ ਜੁਰਿਸਡਿਕਸ਼ਨ ਹੀ ਨਹੀਂ ਰਹਿ ਜਾਂਦੀ। ਕੋਈ ਇਸ ਕੇਸ ਨੂੰ ਸੁਣਨ ਦੀ ਅੱਜ ਉਹਦੇ ਕੋਲ ਕੋਈ ਜੁਰਿਸਡਿਕਸ਼ਨ ਹੀ ਨਹੀਂ। ਜੱਜ ਸਾਹਿਬ ਅੱਜ ਕੇਸ ਸੁਣ ਰਹੇ ਨੇ, ਉਹਨਾਂ ਕੋਲ ਕੇਸ ਨੂੰ ਸੁਣਨ ਦੀ ਕੋਈ ਜੁਰਿਸਡਿਕਸ਼ਨ ਨਹੀਂ। ਕਿਉਂ ਸੁਣਿਆ ਜਾ ਰਿਹਾ ਕੇਸ, ਇਹ ਜੱਜ ਸਾਹਿਬ ਨੂੰ ਪਤਾ ਹੋਏਗਾ। ਇਹ ਬੜਾ ਵੱਡਾ ਸਵਾਲ ਹੈ। ਹਾਂ, ਕਿਉਂਕਿ ਜਦੋਂ ਇਹ ਜਿਹੜੀ ਹੁੰਦੀ ਹੈ ਉਹਦੇ ਨਾਲ ਕੰਟੈਂਪਰੇਰੀ ਹੁੰਦੀ ਹੈ ਜੁਰਿਸਡਿਕਸ਼ਨ। ਜਦੋਂ ਕੇਸ ਸੀਬੀਆਈ ਕੋ ਜਾਂਦਾ ਹੈ,
ਜਿਹੜੀ ਸਪੈਸ਼ਲ ਕੋਰਟ ਅਪਾਇੰਟ ਕੀਤੀ ਜਾਂਦੀ ਹੈ ਉਹਦੀ ਆਪਣੇ ਆਪ ਜੂਰਿਸਡਿਕਸ਼ਨ ਕ੍ਰੀਏਟ ਕਰ ਦਿੱਤੀ ਜਾਂਦੀ ਆ ਆਨਰੇਬਲ ਹਾਈ ਕੋਰਟ ਦੇ ਆਰਡਰਸ ਨਾਲ। ਨਹੀਂ ਪੰਜਾਬ ਕੇਸ ਵਾਪਸ ਲੈ ਲਿਆ, ਹਾਂ ਜਦੋਂ ਕੇਸ ਵਾਪਸ ਲੈ ਲਿਆ ਜੀ, ਤੇ ਆਪਣੇ ਆਪ ਹੀ ਉਸ ਕੋਰਟ ਦੀ ਜੂਰਿਸਡਿਕਸ਼ਨ ਆਟੋਮੈਟਿਕਲੀ ਖਤਮ ਹੋ ਜਾਂਦੀ ਆ। ਪਰ ਕੀ ਪੰਜਾਬ ਸਰਕਾਰ ਨੇ ਇਹ ਪੈਂਤੜਾ ਕੋਰਟ 'ਚ ਲਿਆ ਹੋਊਗਾ ਹੁਣ ਤੱਕ ਕਿ ਨਹੀਂ? ਬਿਲਕੁਲ ਲਿਆ ਜੀ, ਉੱਥੇ ਵੀ ਮੈਂ ਆਉਣਾ। ਆਪਾਂ ਪੰਜਾਬੀ 'ਚ ਮੈਂ ਥੋੜਾ ਜਿਹਾ, ਤੁਸੀਂ ਵੀ ਪਿੰਡੂ ਹੋਗੇ ਮੈਂ ਵੀ ਪਿੰਡੂ ਆ, ਕਿ ਪੰਜਾਬੀ 'ਚ ਕਹਿੰਦੇ ਜਦੋਂ ਸੰਡਾ ਮਰ ਜੇ ਚਮ ਜੂਆਂ ਆਪੇ ਮਰ ਜਾਂਦੀ। ਹਾਂ, ਜਦੋਂ ਸੀਬੀਆਈ ਕੋਲ ਕੇਸ ਵਾਪਸ ਲੈ ਲਿਆ ਕਿ ਕਿਹੜੀ ਕੋਰਟ ਕੋਲ ਜੂਰਿਸਡਿਕਸ਼ਨ, ਸੀਬੀਆਈ ਕੋਰਟ ਕੋਲ ਜੂਰਿਸਡਿਕਸ਼ਨ ਕਿਸ ਗੱਲ ਦੀ ਹੈ? ਅੱਜ ਜਿਹੜੀ ਸੀਬੀਆਈ ਕੋਰਟ ਕੋਲ ਜਿਹੜਾ ਜਵਾਬ ਦਿੱਤਾ ਗਿਆ ਆ ਪੰਜਾਬ ਸਰਕਾਰ ਵੱਲੋਂ ਜੀ, ਪੰਜਾਬ ਸਰਕਾਰ ਵੱਲੋਂ ਇਹਨਾਂ ਐਪਲੀਕੇਸ਼ਨ ਦਾ ਇੱਕ 15-16 ਸਫੇ ਦਾ ਜਵਾਬ ਦਿੱਤਾ ਗਿਆ, ਮੈਂ ਸਾਰਾ ਪੜ੍ਹਿਆ ਜੀ। ਮੈਂ ਪੂਰੀ ਤਰ੍ਹਾਂ ਨਾਲ ਉਸ ਜਵਾਬ ਨਾਲ ਸਹਿਮਤ ਹਾਂ, ਸੈਟੀਸਫਾਈਡ ਹਾਂ। ਅੱਛਾ, ਹਾਂਜੀ ਬਿਲਕੁਲ ਜੀ, ਜੋ ਪੰਜਾਬ ਸਰਕਾਰ ਨੇ ਆਪਣਾ ਪੱਖ ਲਿਆ ਅੱਜ ਇਸ ਕੇਸ ਦੇ ਵਿੱਚ, ਅੱਜ ਜੋ ਉਹਦਾ ਲਾਈਨ ਆਫ ਆਰਗੂਮੈਂਟਸ ਹੋਏਗੀ, ਉਹ ਉਹਨਾਂ ਦੀ ਜਿਹੜੀ ਰਿਪਲਾਈ ਫਾਈਲ ਕੀਤੀ ਹੈ, ਜਿਹੜੀ ਕਿ 15-16 ਪੇਜ ਦੀ ਮੈਂ ਪੜ੍ਹੀ ਹੈ ਸਾਰੀ, ਉਹਦੇ ਵਿੱਚ ਜੋ ਉਹਨਾਂ ਨੇ ਸਟੈਂਡ ਲਿਆ ਉਹ ਬਿਲਕੁਲ ਸਹੀ ਹੈ। ਈਵਨ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀਆਂ ਵੱਲੋਂ ਇਹ ਜਵਾਬ ਫਾਈਲ ਕੀਤਾ ਗਿਆ, ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਦਿਸ ਐਕਟ ਆਫ ਨਾਟ ਹੈਂਡਿੰਗ ਓਵਰ ਦਾ ਫਾਈਲਸ ਟੂ ਦਾ ਸਿਟ ਅਮਾਉਂਟਸ ਟੂ ਕੰਟੈਂਪਟ ਆਫ ਕੋਰਟ ਬਾਈ ਦਾ ਸੀਬੀਆਈ। ਅੱਛਾ, ਐਂਡ ਪੰਜਾਬ ਗਵਰਨਮੈਂਟ ਰਿਜ਼ਰਵਸ ਇਟਸ ਰਾਈਟ ਟੂ ਫਾਈਲ ਕੰਟੈਂਪਟ ਆਫ ਕੋਰਟ। ਇਹ ਬੜਾ ਇਹ ਤਾਂ ਬਹੁਤ ਬਿਹਤਰ ਪੈਂਤੜਾ ਹੈ। ਹਾਂ, ਬਹੁਤ ਵਧੀਆ ਜੀ। ਐਵੇਂ ਮੈਂ ਕਹਾਂ ਜੀ, ਬਤੌਰ ਸਿੱਖ 3-3.5 ਸਾਲ ਕਾਂਗਰਸ ਦੀ ਸਰਕਾਰ ਨੇ ਇਹਨਾਂ ਕੇਸਾਂ ਦੇ ਉੱਪਰ ਕੁਝ ਨਹੀਂ ਕੀਤਾ ਜੀ। ਮੈਂ ਖੁਸ਼ ਨਹੀਂ ਹਾਂ, ਬਿਲਕੁਲ ਕੁਝ ਨਹੀਂ ਕੀਤਾ, ਮੈਂ ਬਿਲਕੁਲ ਖੁਸ਼ ਨਹੀਂ ਹਾਂ। ਪਰ ਜਿਹੜਾ ਅੱਜ ਇਸ ਕੇਸ ਦੇ ਵਿੱਚ ਇਹਨਾਂ ਨੇ ਸਟੈਂਡ ਲਿਆ ਆ, ਉਹਦੀ ਮੈਂ ਤਾਰੀਫ ਕਰਦਾ। ਜਿਹੜਾ ਸੱਚ ਹੈ ਉਹ ਸੱਚ ਨੂੰ ਸੱਚ ਕਹਿਣਾ ਪਵੇਗਾ, ਮੰਨਣਾ ਪਵੇਗਾ। ਲੀਗਲ ਫਰੈਟਰਨਿਟੀ ਦੇ ਵਿੱਚ ਜੋ ਵੀ ਮੈਕਸਿਮਮ ਵਧੀਆ ਕੋਈ ਜਵਾਬ ਬਣਾ ਕੇ ਦੇ ਸਕਦਾ ਸੀ, ਉਹ ਦਿੱਤਾ ਆ ਪੰਜਾਬ ਸਰਕਾਰ ਨੇ। ਇੱਕ ਹੋਰ ਬੜੀ ਵੱਡੀ ਗੱਲ ਹੈ, ਇਹਨਾਂ ਨੇ ਇੱਕ ਸਪੈਸ਼ਲ ਸੀਨੀਅਰ ਐਡਵੋਕੇਟ ਦਿੱਲੀ ਤੋਂ ਅੰਗੇਜ ਕੀਤਾ ਹੈ। ਅੱਛਾ, ਉਹ ਜਿਹੜਾ ਅੱਜ ਵੀਡੀਓ ਕਾਨਫਰੰਸਿੰਗ ਤੇ ਉੱਥੋਂ ਬਹਿਸ ਕਰੇਗਾ ਸਾਰੇ ਕੇਸ। ਇਹਦੀ ਲਾਸਟ ਡੇਟ ਤੇ 20/7 ਨੂੰ ਬਹਿਸ ਹੋ ਜਾਣੀ ਸੀ, ਪਰ ਕਿਉਂਕਿ ਉਸ ਦਿਨ ਉਹ ਜਿਹੜੇ ਵਕੀਲ ਸਾਹਿਬ ਸੀਗੇ ਉਹ ਉਸ ਦਿਨ ਫ੍ਰੀ ਨਹੀਂ ਸੀਗੇ, ਤੇ ਸਟੇਟ ਕੌਂਸਲ ਨੇ ਜਿਹੜੇ ਡੀਏਸੀ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਡਿਸਟ੍ਰਿਕਟ ਅਟਾਰਨੀ, ਉਹਨਾਂ ਦੀ ਰਿਕੁਐਸਟ ਤੇ ਇਹ ਕੇਸ 29/7 ਵਾਸਤੇ ਅਡਜਰਨ ਕਰ ਦਿੱਤਾ ਗਿਆ ਅੱਜ। ਹਾਂਜੀ, ਅੱਜ ਇਹਦੇ ਤੇ ਬਹਿਸ ਹੋਣੀਆਂ, ਸਾਰੀਆਂ ਸੰਬੰਧਿਤ ਧਿਰਾਂ ਨੂੰ ਕਹਿ ਦਿੱਤਾ ਗਿਆ ਕਿ ਜਿਸ ਧਿਰ ਦੇ ਐਡਵੋਕੇਟ ਸਾਹਿਬ ਬਹਿਸ ਨਹੀਂ ਕਰਨਗੇ, ਉਹ ਮੰਨਿਆ ਜਾਏਗਾ ਕਿ ਉਹ ਬਹਿਸ ਕਰਨ ਨੂੰ ਤਿਆਰ ਨਹੀਂ, ਇਹਦੇ ਤੇ ਫੈਸਲਾ ਕਰ ਦਿੱਤਾ ਜਾਵੇਗਾ, ਸੁਣਿਆ ਜਾਵੇਗਾ। ਇਸ ਕੇਸ ਦੀ ਜਿਹੜੀ ਅਹਿਮੀਅਤ ਇਹ ਹੋਰ ਵੀ ਵੱਧ ਜਾਂਦੀ ਹੈ ਕਿ ਜਦੋਂ ਸਿੱਟ ਜਿਹੜੀ ਸੀਗੀ ਰਣਬੀਰ ਸਿੰਘ ਖੱਟੜਾ ਹੋਰਾਂ ਵਾਲੀ, ਉਹਨਾਂ ਨੇ ਚਾਰਜ ਲੈ ਲਿਆ, ਉਹਨਾਂ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ, ਪ੍ਰੋਗਰੈਸ ਹੋਈ, ਗ੍ਰਿਫਤਾਰੀਆਂ ਕੀਤੀਆਂ। ਈਵਨ ਇਸ ਕੇਸ ਦੇ ਵਿੱਚ ਉਹਨਾਂ ਨੇ ਚਾਰਜ ਸ਼ੀਟ ਵੀ ਫਾਈਲ ਕਰ ਦਿੱਤੀ ਹੈ 6/7/2020 ਨੂੰ। ਅੱਛਾ, 6/7/2020 ਨੂੰ ਉਹਨਾਂ ਨੇ ਇੱਕ ਚਾਰਜ ਸ਼ੀਟ ਪੇਸ਼ ਕਰ ਦਿੱਤੀ ਹੈ। ਕੁਝ ਡੇਰਾ ਪ੍ਰੇਮੀ ਜਿਹੜੇ ਉਹਦੇ ਚ, ਹਾਂਜੀ, ਮੈਂ ਉਹਨਾਂ ਦੇ ਨਾਮ ਵੀ ਦੱਸਦਾ ਜੀ। ਮੈਂ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਫਰੀਦਕੋਟ ਕੋਲ, JMIC ਜਿਹਨੂੰ ਅਸੀਂ ਲੀਗਲ ਲੈਂਗੁਏਜ ਚ ਕਹਿੰਦੇ ਆ, ਉਹਨਾਂ ਨੇ ਉਹ ਐਕਸੈਪਟ ਵੀ ਕਰ ਲਈ ਹੈ ਜੀ। ਇਟ ਮੀਨਸ ਕਿ ਉਹਨਾਂ ਕੋਲ ਹੁਣ ਜੂਰਿਸਡਿਕਸ਼ਨ ਆ ਗਈ। ਬਿਲਕੁਲ, ਜਦੋਂ ਕੇਸ CBI ਕੋਲ ਵਾਪਸ ਲੈ ਲਿਆ, ਉਹ ਕੋਰਟ ਦੀ ਜੂਰਿਸਡਿਕਸ਼ਨ ਖਤਮ ਹੋ ਗਈ। ਤੇ ਇਹ ਜਿਹੜਾ ਸੀਗਾ ਸਾਰਾ ਮਸਲਾ, ਸਾਰਾ ਕੇਸ ਟੋਟਲ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਫਰੀਦਕੋਟ ਦੀ ਕੋਰਟ ਚ ਆ ਗਿਆ। ਠੀਕ ਹੈ, ਕੁਝ ਗ੍ਰਿਫਤਾਰੀਆਂ ਹੋਈਆਂ, ਉਹਨਾਂ ਵਿੱਚੋਂ ਇੱਕ ਮਹਿੰਦਰਪਾਲ ਸਿੰਘ ਬਿੱਟੂ ਹੈ। ਮਹਿੰਦਰਪਾਲ ਬਿੱਟੂ ਹੈ, ਬਹੁਤ ਹੋ ਚੁੱਕੀ ਹੈ। ਇੱਕ ਹਾਂਜੀ, ਇੱਕ ਉਹ, ਪਰ ਉਹਦਾ ਕੇਸ ਉਹਦੇ ਨਾਮ ਤੇ ਬੋਲਦਾ ਜੀ, CBI ਵਰਸਸ ਮਹਿੰਦਰਪਾਲ ਬਿੱਟੂ, ਕੇਸ ਉਹਦੇ ਨਾਮ ਤੇ ਹੀ ਬੋਲਣਾ ਜੀ। ਇੱਕ ਸ਼ਕਤੀ ਸਿੰਘ ਹੈ ਤੇ ਇੱਕ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਹੈ। ਸ਼ਕਤੀ ਸਿੰਘ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ, ਕਿਉਂਕਿ ਸਿੰਸ ਹੀ ਇਜ਼ ਅਰੈਸਟਡ, ਉਹਦੀ ਬੇਲ ਐਪਲੀਕੇਸ਼ਨ ਹੈ ਸ਼੍ਰੀ ਹਰਬੰਸ ਸਿੰਘ ਲੇਖੀ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ ਫਰੀਦਕੋਟ, ਉਹਨਾਂ ਦੀ ਕੋਰਟ ਪੈਂਡਿੰਗ ਹੈ। ਸ਼ਾਇਦ ਉਹਦੀ ਤਰੀਕ ਕੱਲ ਹੈ। ਠੀਕ ਹੈ, ਉਹ ਲੇਖੀ ਸਾਹਿਬ ਵੀ ਜਿਹੜੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਨੇ, ਉਹ ਵੀ ਇਸ ਕੋਰਟ ਦੇ ਫੈਸਲੇ ਨੂੰ ਹੋ ਸਕਦਾ ਦੇਖਦੇ ਹੋਣ ਜੀ। ਪਰ ਜਿਹੜਾ ਅੱਜ ਦਾ ਫੈਸਲਾ ਆ, ਉਹਦੇ ਵਿੱਚ ਜਿਹੜੇ ਜੱਜ ਸਾਹਿਬ ਨੇ, ਉਹਨਾਂ ਨੂੰ ਬਿਲਕੁਲ ਅਗਰ ਜੁਡੀਸ਼ੀਅਸ ਫੈਸਲਾ ਕਰਨਾ, ਅਗਰ ਇਸ ਵਿੱਚ ਇਨਸਾਫ ਕਰਨਾ, ਤੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਸਾਫ਼ ਬਿਲਕੁਲ ਇਹ ਕਰਨਾ ਚਾਹੀਦਾ, ਟੂ ਮਾਈ ਮਾਈਂਡ,
ਕਿ ਬਈ ਮੇਰੇ ਕੋਲ ਹੁਣ ਇਸ ਕੇਸ ਦੇ ਵਿੱਚ ਕੋਈ ਜੂਰਿਸਡਿਕਸ਼ਨ ਨਹੀਂ, ਮੈਂ ਤੁਹਾਡੀ ਕਲੋਜ਼ਰ ਰਿਪੋਰਟ ਨੂੰ ਨਹੀਂ ਮੰਨ ਸਕਦਾ। ਇਸ ਕੇਸ ਦੀ ਜਾਂਚ ਪੰਜਾਬ ਸਰਕਾਰ ਦਾ ਜਿਹੜਾ ਡਾਇਰੈਕਟਰ ਇਨਵੈਸਟੀਗੇਸ਼ਨ ਹੈ ਉਹਦੇ ਵੱਲੋਂ ਬਣਾਈ ਹੋਈ ਸਿੱਟ ਕੋਲ ਜਾ ਚੁੱਕੀ ਹੈ। ਰਾਦਰ ਇਸ ਕੋਰਟ ਨੂੰ ਡਾਇਰੈਕਸ਼ਨ ਦੇਣੀ ਚਾਹੀਦੀ ਹੈ ਸੀਬੀਆਈ ਨੂੰ ਕਿ ਵੀ ਉਹ ਜਿਹੜੀਆਂ ਇਸ ਕੇਸ ਨਾਲ ਸੰਬੰਧਿਤ ਫਾਈਲਾਂ ਜੋ ਵੀ ਹੈ, ਜੇ ਇਹਨਾਂ ਨੇ ਕੁਝ ਕੀਤਾ ਹੈ ਤੇ ਉਹਦੇ ਵਿੱਚ ਕੁਝ ਲਿਖਿਆ ਹੋਏਗਾ, ਜੇ ਨਹੀਂ ਤਾਂ ਖਾਲੀ ਦੇ ਦੇਣ ਜੀ। ਹੈਂਡਓਵਰ ਕਰਨ ਦੀ ਡਾਇਰੈਕਸ਼ਨ ਵੀ ਸੀਬੀਆਈ ਨੂੰ ਦੇਣੀ ਬਣਦੀ ਆ। ਮੇਰੇ ਮੁਤਾਬਕ ਅਗਰ ਮੈਂ ਬਹਿਸ ਕਰਾਂ ਤਾਂ ਮੈਂ ਰਿਕੁਐਸਟ ਕਰਾਂਗਾ ਕਿ ਸੀਬੀਆਈ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਕਿ ਉਸ ਕੇਸ ਦੀਆਂ ਸੰਬੰਧਿਤ ਫਾਈਲਾਂ ਜਿਹੜੀ ਇਸ ਵੇਲੇ ਸਿਟ ਇਨਵੈਸਟੀਗੇਸ਼ਨ ਕਰ ਰਹੀ ਆ ਉਹਦੇ ਹੈਂਡਓਵਰ ਜੀ ਜੀ। ਇਹ ਸੈਮੀ ਸਾਹਿਬ ਤੁਸੀਂ ਬੜੀ ਡਿਟੇਲ ਦੱਸੀ ਹੈ, ਇਹ ਸੱਚਮੁੱਚ ਬੜਾ ਹੀ ਅਹਿਮ ਪੜਾਅ ਹੈ, ਇਹ ਇਸ ਕੇਸ ਦੇ ਵਿੱਚ ਅਹਿਮ ਮੋੜ ਹੋ ਸਕਦਾ ਅੱਜ ਪੰਜਾਬ ਸਰਕਾਰ ਵਾਸਤੇ ਜ਼ਿੰਦਗੀ ਮੌਤ ਦਾ ਸਵਾਲ ਹੈ। ਬਿਲਕੁਲ, ਅਗਰ ਸੀਬੀਆਈ ਕੋਲ ਜਾਂਚ ਰਹਿੰਦੀ ਹੈ, ਅਗਰ ਉਹ ਜੱਜ ਕਲੋਜ਼ਰ ਰਿਪੋਰਟ ਐਕਸੈਪਟ ਕਰ ਲੈਂਦੇ ਨੇ ਜੀ, ਜਿਸ ਦੀ ਕਿ ਐਕਸੈਪਟ ਕਰਨ ਦੀ ਉਹਨਾਂ ਕੋਲ ਕੋਈ ਪਾਵਰ ਨਹੀਂ ਜੀ, ਉਹਨਾਂ ਕੋਲ ਜੂਰਿਸਡਿਕਸ਼ਨ ਹੀ ਨਹੀਂ। ਟੂ ਮਾਈ ਮਾਈਂਡ ਕਿ ਜਿਸ ਦਿਨ ਹਾਈ ਕੋਰਟ ਦਾ ਫੈਸਲਾ ਆ ਗਿਆ ਸੀ 25 ਜਨਵਰੀ ਤੋਂ ਬਾਅਦ, ਸੰਬੰਧਿਤ ਜਿਹੜੀ ਉਹ ਕੋਰਟ ਹੈ, ਸਪੈਸ਼ਲ ਕੋਰਟ ਹੈ, ਉਹਨਾਂ ਨੂੰ ਇਸ ਕੇਸ ਨਾਲ ਸੰਬੰਧਿਤ ਕੋਈ ਵੀ ਐਪਲੀਕੇਸ਼ਨ ਐਂਟਰਟੇਨ ਹੀ ਨਹੀਂ ਕਰਨੀ ਚਾਹੀਦੀ ਸੀ ਜੀ। ਜਦੋਂ ਮੇਰੇ ਕੋਲ ਇੱਕ ਜੂਰਿਸਡਿਕਸ਼ਨ ਹੀ ਨਹੀਂ, ਮੇਰਾ ਇਲਾਕਾ ਹੀ ਨਹੀਂ ਪੈਂਦਾ ਜੀ, ਤੇ ਫਿਰ ਮੇਰੇ ਕੋਲ ਜਿਹੜਾ ਕੋਈ ਕੇਸ ਆਏਗਾ ਜਾਂ ਮੇਰੇ ਕੋਲ ਜਿਹੜੀ ਕੋਈ ਐਪਲੀਕੇਸ਼ਨ ਆਏਗੀ, ਮੈਨੂੰ ਐਟ ਦਾ ਇਨੀਸ਼ੀਅਲ ਸਟੇਜ ਉਹਨੂੰ ਐਜ਼ ਇਟ ਇਜ਼ ਵਾਪਸ ਕਰ ਦੇਣਾ ਬਣਦਾ, ਜਾਂ ਜੋ ਉਹਦੇ ਤੇ ਕਾਨੂੰਨੀ ਫੈਸਲਾ ਲੈਣਾ ਬਣਦਾ ਕਿ ਆਰਡਰ ਪਾਸ ਕਰਕੇ ਕਿ ਬਈ ਸਿੰਸ ਦਾ ਕੇਸ ਹੈਜ਼ ਬੀਨ ਵਿਦਡਰਾਨ ਫਰਮ ਸੀਬੀਆਈ and the investigation of the present case has been given to the sit created by director investigation of Punjab ਤੇ ਇਸ ਕੇਸ ਦੇ ਵਿੱਚ ਮੈਨੂੰ ਕੋਈ ਵੀ ਡਿਸੀਜਨ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਐਡਵੋਕੇਟ ਸਾਹਿਬ, ਬੜਾ ਵੱਡਾ ਸਵਾਲ ਹੈ ਕਿ ਜਦੋਂ ਸੀਬੀਆਈ ਕਲੋਜ਼ਰ ਰਿਪੋਰਟ ਪੇਸ਼ ਕਰਦੀ ਹੈ, ਉਹ ਇਹ ਭੁੱਲ ਜਾਂਦੇ ਆ ਕਿ ਜਿੰਨੇ ਵੀ ਮੁਲਜ਼ਮ ਨੇ, ਜਿੰਨੇ ਵੀ ਗੁਨਾਹਗਾਰ ਨੇ, ਉਹਨਾਂ ਤੇ ਜਦੋਂ ਕੋਈ ਫਰਦਰ ਇਨਕੁਆਇਰੀ ਆਉਂਦੀ ਆ, ਉਹ ਪਹਿਲੀ ਕਲੋਜ਼ਰ ਰਿਪੋਰਟ ਦਾ ਹਵਾਲਾ ਦੇ ਕੇ ਕੋਰਟਾਂ ਚੋਂ ਰਾਹਤ ਲੈਣ ਦੀ ਕੋਸ਼ਿਸ਼ ਕਰਦੇ ਆ, ਜ਼ਮਾਨਤਾਂ ਲੈਣ ਦੀ ਕੋਸ਼ਿਸ਼ ਕਰਦੇ ਆ। ਇਹ ਸ਼ੁਰੂ ਦੇ ਵਿੱਚ ਹੀ ਕੰਡੇ ਬੀਜੇ ਗਏ ਜਿਹੜੇ ਹੁਣ ਤੱਕ ਇਨਸਾਫ ਦੇ ਰਾਹ ਦੇ ਵਿੱਚ ਤਗੜਾ ਰੋੜਾ ਨੇ। ਇਹ ਨਾ ਜੀ ਅਸੀਂ ਲੀਗਲ ਲੈਂਗੁਏਜ ਕਹਿੰਦੇ ਆ ਮੋਡਸ ਓਪਰੈਂਡੀ ਜੀ, ਢੰਗ ਤਰੀਕਾ। ਇਹ ਢੰਗ ਤਰੀਕਾ ਅਪਣਾਇਆ ਜਾ ਰਿਹਾ ਆ ਅਕਿਊਜ਼ਡ ਵੱਲੋਂ ਤੇ ਕੁਝ ਸਸਪੈਕਟਸ ਜਿਹੜੇ ਨੇ, ਜਿਹੜੇ ਸ਼ੱਕੀ ਵਿਅਕਤੀ ਨੇ, ਜਿਹੜੇ ਵੱਡੇ ਲੋਕ ਇਸ ਜਾਂਚ ਦੇ ਵਿੱਚ ਆ ਸਕਦੇ ਨੇ, ਜਿਨ੍ਹਾਂ ਦੀ ਇਸ ਤੋਂ ਬਾਅਦ ਜੋ ਅਣਗਹਿਲੀਆਂ ਹੋਈਆਂ ਜਾਂ ਜੋ ਕੰਮ ਨਹੀਂ ਹੋ ਸਕੇ, ਜਿਹੜੇ ਕਿ ਸਰਕਾਰ ਨੂੰ ਉਸ ਵੇਲੇ ਦੀ ਪੁਲਿਸ ਨੂੰ ਕਰਨੇ ਚਾਹੀਦੇ ਸੀ, ਵੱਡੇ ਵੱਡੇ ਆਫੀਸਰਾਂ ਨੂੰ ਕਰਨੇ ਚਾਹੀਦੇ ਸੀ, ਨਹੀਂ ਕੀਤੇ। ਹੋ ਸਕਦਾ ਹੈ ਕਿ ਉਹ ਲੋਕ ਸੀਬੀਆਈ ਦੇ ਥਰੂ ਇਹ ਸਾਰਾ ਕੁਝ ਮੈਨੀਪੂਲੇਸ਼ਨਸ ਕਰਵਾ ਰਹੇ। ਚਲੋ ਅਸੀਂ ਸਰਦਾਰ ਸਾਹਿਬ ਇਸ ਮੁੱਦੇ ਤੇ ਹੋਰ ਅੱਗੇ ਨਾ ਜਾਈਏ। ਅਸੀਂ ਅੱਜ ਇਹ ਹੀਅਰਿੰਗ ਜਿਹੜੀ ਆ, ਇਹ ਸੁਣਵਾਈ ਆ, ਇਹਦੇ ਤੇ ਤੁਸੀਂ ਨਜ਼ਰ ਬਣਾ ਕੇ ਰੱਖੋ ਔਰ ਇੱਕ ਵਾਰੀ ਫਿਰ ਅਸੀਂ ਇਸੇ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕਾਨੂੰਨੀ ਪੇਚ ਨੇ ਜਿਹੜੇ, ਉਹਨਾਂ ਨੂੰ ਤੁਸੀਂ ਜ਼ਰੂਰ ਖੋਲੋਗੇ ਔਰ ਇਹ ਇੱਕ ਸਿਲਸਿਲਾ ਬਣਿਆ ਰਹੂਗਾ, ਕਿਉਂਕਿ ਬੇਅਦਬੀ ਮਾਮਲਿਆਂ 'ਚ ਇਨਸਾਫ ਨੂੰ ਲੈ ਕੇ ਲੋਕਾਂ ਦੀ ਬਹੁਤ ਜਿਗਿਆਸਾ ਹੈ ਕਿ ਉਹ ਕੌਣ ਲੋਕ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਦੇ, ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰ ਜਾਂਦੇ ਆ। ਵੱਖਰੀ ਗੱਲ ਆ ਕਿ ਇਨਸਾਫ ਇੱਕ ਆਪਣੇ ਆਪ ਹੀ ਕੁਦਰਤੀ ਪ੍ਰਕਿਰਿਆ 'ਚ ਹੁੰਦਾ ਵੀ ਰਹਿੰਦਾ ਹੈ। ਡੇਰਾ ਸੱਚਾ ਸੌਦਾ ਵੱਲੋਂ ਜਿਹੜੇ ਸੌਦਾ ਸਾਧ ਨੇ ਕੁਝ ਪੰਗੇ ਲਏ, ਉਹਨਾਂ ਨੂੰ ਜੇਲ੍ਹ ਦੇ ਵਿੱਚ ਹੁਣ ਜੋ ਹਾਲਾਤ ਹੈ ਉਹ ਦੇਖਣ ਤੋਂ ਸੁਣਨ ਤੋਂ ਆਪਾਂ ਹੁਣ ਸਾਰੇ ਹੀ ਜਾਣਦੇ ਆ। ਔਰ ਜਿੱਥੋਂ ਤੱਕ ਬਾਦਲ ਪਰਿਵਾਰ ਜਿਹਦੀ ਉਦੋਂ ਗਵਰਨਮੈਂਟ ਸੀਗੀ, ਜਿਹਨੂੰ ਤੁਰੰਤ ਫੈਸਲੇ ਲੈ ਕੇ ਸੰਬੰਧਤਾਂ ਨੂੰ ਅੰਦਰ ਕਰਨਾ ਚਾਹੀਦਾ ਸੀ, ਬਹੁਗਿਣਤੀ ਲੋਕ ਸਮਝਦੇ ਆ ਕਿ ਕੋਈ ਵੀ ਸਿੱਖ ਬੇਅਦਬੀ ਕਰਵਾ ਵੀ ਨਹੀਂ ਸਕਦਾ, ਉਹ 'ਚ ਸ਼ਾਮਲ ਵੀ ਨਹੀਂ ਹੋ ਸਕਦਾ। ਲੇਕਿਨ ਜ਼ਿੰਮੇਵਾਰ ਅਹੁਦਿਆਂ ਤੇ ਬੈਠ ਕੇ ਜਿਨ੍ਹਾਂ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ, ਲੋਕ ਉਹਨਾਂ ਨੂੰ ਇਹ ਗੁਨਾਹ ਦੇ ਵੀ ਦੋਸ਼ੀ ਮੰਨਦੇ ਆ ਕਿ ਤੁਸੀਂ ਹਾਕਮ ਸੀ ਤੇ ਤੁਸੀਂ ਚੁੱਪ ਕਿਉਂ ਰਹੇ। ਸੋ ਉਹਨਾਂ ਨੂੰ ਵੀ 2017 ਦੇ ਵਿੱਚ ਲੋਕਾਂ ਨੇ ਘਰ ਬਿਠਾਤਾ। ਹਾਲਾਤ ਉਹਨਾਂ ਦੇ ਵੀ ਚੰਗੇ ਨਹੀਂ ਗਏ, ਲੇਕਿਨ ਫਿਰ ਵੀ ਲੋਕ ਉਡੀਕਦੇ ਆ ਕਿ ਦੁਨਿਆਵੀ ਅਦਾਲਤਾਂ ਕਿਸ ਕੰਮ ਦੀਆਂ ਜੇ ਇਨਸਾਫ ਹੀ ਨਹੀਂ ਮਿਲਣਾ। ਇਸ ਦੇਸ਼ ਦੇ ਵਿੱਚ ਸਾਨੂੰ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਿਉਂ ਕਰਾਇਆ ਜਾਵੇ ਜੇ ਦਿੱਲੀ ਕਤਲੇਆਮ ਨਹੀਂ ਭੁੱਲਿਆ, 84 ਦਾ ਉਹ ਬਲੂ ਸਟਾਰ ਨਹੀਂ ਭੁੱਲਿਆ। ਸੋ ਇਹ ਸਾਰੇ ਮਸਲੇ ਨੇ, ਲੋਕਾਂ ਦੀ ਨੀਝ ਲਾ ਕੇ ਦੇਖਣ ਦੀ ਜਿਹੜੀ ਸਮਰੱਥਾ ਹੈ ਉਹ ਅਜੇ ਵੀ ਬਰਕਰਾਰ ਹੈ। ਲੋਕ ਅਖੀਰ ਤੱਕ ਜਾਂਦੇ ਆ। 40 ਸਾਲ ਹੋ ਗਏ ਸਾਨੂੰ ਇਨਸਾਫ ਉਡੀਕਦੇ ਆ। ਸੋ ਅਸੀਂ ਤੁਹਾਡੇ ਨਾਲ ਫਿਰ ਜੁੜਾਂਗੇ ਜੀ। ਤੁਹਾਡਾ ਬਹੁਤ ਧੰਨਵਾਦ। ਇੱਕ ਛੋਟੀ ਜਿਹੀ ਗੱਲ ਮੈਂ ਕਰਨਾ ਚਾਹਾਂਗਾ ਜੀ। ਜਰੂਰ। ਰੰਧਾਵਾ ਸਾਹਿਬ, ਜਿਹੜਾ ਇਹ ਕੇਸ ਦਾਇਰ ਕੀਤਾ ਗਿਆ, ਇਹਦੇ ਚ ਸੈਕਸ਼ਨ 380 ਚੋਰੀ ਨਾਲ ਸੰਬੰਧਿਤ ਹੈ ਜੀ, ਜਿਹੜਾ ਆਈਪੀਸੀ ਦਾ। ਹੁਣ ਇੱਕ ਬੰਦਾ 100 ਰੁਪਏ ਦੀ ਚੋਰੀ ਕਰਦਾ ਜੀ ਤੇ ਉਹਦੀ ਵੀ ਸਜ਼ਾ ਉਹ ਹੈ ਉਸ ਸੈਕਸ਼ਨ 'ਚ।
ਇਹ ਜਿਨ੍ਹਾਂ ਨੇ ਮੇਰਾ ਗੁਰੂ ਚੋਰੀ ਕੀਤਾ ਉਹਨਾਂ ਲਈ ਉਹ ਸਜ਼ਾ ਨਹੀਂ ਹੋਣੀ ਚਾਹੀਦੀ, ਐਕਸੈਪਸ਼ਨਲ ਸਜ਼ਾ ਹੋਣੀ ਚਾਹੀਦੀ, ਕਿਉਂਕਿ ਇਹ ਗੁਨਾਹ ਨਹੀਂ ਹੈ, ਇਹ ਜੁਰਮ ਨਹੀਂ ਹੈ, ਇਹ ਬੱਜਰ ਪਾਪ ਕੁਰੈਤ ਕੀਤੀ ਹੈ। ਐਡਵੋਕੇਟ ਸਾਹਿਬ ਤੁਸੀਂ ਭਾਵੁਕ ਹੋ ਗਏ, ਇਹ ਭਾਵੁਕਤਾ ਤੁਸੀਂ ਤਰਜਮਾਨੀ ਕਰਦੇ ਹੋ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ। ਤੁਹਾਡੇ ਅਥਰੂ ਜਿਹੜੇ ਆ ਨਾ ਜੀ, ਇਹ ਅਜਾਈ ਨਹੀਂ ਜਾਣਗੇ। ਤੁਹਾਡੇ ਵਰਗੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਹਰ ਦਿਨ ਮਨ ਭਰਦੇ ਆ, ਗਲਾ ਭਰਦੇ ਆ। ਚਲੋ ਇੱਕ ਉਡੀਕ ਕਰੀਏ ਇਹ ਤੁਹਾਡੇ ਅਥਰੂ ਕੁਝ ਇਨਸਾਫ ਲੈ ਕੇ ਆਉਣ, ਫਿਰ ਮਿਲਦੇ ਹਾਂ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ।